सत श्री अकाल जी साਰਿਆਂ ਨੂੰ ਵੈਲਕਮ ਟੂ ਨਾਮਿਤ ਕਿਚਨ ਵਲੌਗ। ਤੇ ਅੱਜ ਅਸੀਂ ਜਾ ਰਹੇ ਹਾਂ ਦਾਣਾ ਮੰਡੀ। ਉੱਥੇ ਕਿਸਾਨ ਰੈਲੀ ਹੁੰਦੀ ਆ ਤੇ ਥੋੜੇ ਲੇਟ ਹੋ ਗਏ ਆਪਾਂ ਤੇ ਪਾਪਾ ਵੀ ਸਕੂਲ ਹੀ ਹੈ ਨਾ। ਹਾਂ ਪਾਪਾ ਡਿਊਟੀ ਤੇ ਨੇ, ਦਾਦੀ ਮੰਮੀ ਆਪਾਂ ਜਿਹੜੇ ਆਪਣੀ ਸੁਖਰੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੇ ਨਾਲ ਹੋ ਆਏ ਨੇ। ਉਹ ਆਪਣਾ ਉੱਥੇ ਯੋਗਦਾਨ ਪਾ ਆਏ ਨੇ ਤੇ ਹੁਣ ਅਸੀਂ ਜਾ ਰਹੇ ਆ। ਚਲੋ ਦੇਖਦੇ ਹਾਂ ਉੱਥੇ ਆ ਕੇ ਕੀ ਕਿੰਨਾ ਇਕੱਠ ਹੋਇਆ ਵਾ। ਇਕੱਠ ਬਹੁਤ ਆ, ਦਾਦੀ ਮੰਮੀ ਦੇ ਬਹੁਤ ਲੰਗਰ ਦਾ ਪ੍ਰਬੰਧ ਆ, ਹਰ ਚੀਜ਼ ਦਾ ਵਧੀਆ। ਜੇ ਤੁਹਾਡੇ ਕੋਲ ਬੈਠਾ ਨਹੀਂ ਜਾਂਦਾ ਉਹਨਾਂ ਵਾਸਤੇ ਚੇਅਰਸ ਦੇ ਉਹਨਾਂ ਪ੍ਰੋਵਾਈਡ ਕੀਤੀਆਂ ਆ। ਤੇ ਮਤਲਬ ਲੇਡੀਜ਼ ਖੁਦ ਟਰੈਕਟਰ ਚਲਾ ਕੇ ਕਹਿੰਦੇ, ਦਾਦੀ ਮੰਮਾ ਦੱਸਣ ਦੇ ਕਿ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਆਈਆਂ ਆ। ਚਲੋ ਵੇਖਦੇ ਸੋ ਨਹੀਂ ਜਾ ਸਕੇ, ਅਸੀਂ ਇੱਥੇ ਚੱਲੀਏ। ਥੋੜਾ ਆਰਾਮ ਨਾਲ ਚਲਾਓ, ਕਿਤੇ ਫੋਨ ਹੀ ਨਾ ਡਿੱਗ ਜੇ ਹੱਥੋਂ। ਨਹੀਂ ਆਰਾਮ ਨਾਲ ਚਲਾਉਣ ਨਹੀਂ ਆ। ਹੋ ਗਏ ਤੇ ਪੰਗਾ ਪਾਈ ਇੱਥੇ ਹੀ। ਨਹੀਂ ਪਤਾ ਕੀ ਉਹ ਹੈਗਾ, ਟੋਏ ਟਿੱਪੇ ਬਥੇਰੇ ਆ, ਉਹਦੇ ਕਰਕੇ ਫਿਰ ਹੋ ਹੀ ਜਾਂਦਾ। ਚਲੋ ਜਿੱਦਾਂ ਪਤਾ ਹੈ ਕਿ ਕਿਸਾਨੀ ਇੱਕ ਬੇਸਿਕ ਜਿਹਾ ਹੈਗਾ ਵਾ, ਬੇਸਿਕ ਚੀਜ਼ ਹੈ ਕਿ ਜਿੱਥੋਂ ਸ਼ੁਰੂਆਤ ਹੁੰਦੀ ਹੈ। ਬੇਸਿਕਲੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਕਿਉਂ ਕਿ ਕਿਸਾਨੀ ਨਹੀਂ ਹੈਗੀ ਤੇ ਹੋਣਾ ਕੀ ਫਿਰ ਕੁਝ ਵੀ ਨਹੀਂ। ਤੇ ਇਸ ਕਰਕੇ ਕਿ ਦਾਦੀਆਂ ਨੇ ਸੋਚਿਆ ਕਿ ਆਪਾਂ ਚੱਲਦੇ ਹਾਂ ਤੇ ਹੁਣ ਆਪਾਂ ਫਿਰ ਸੋਚਿਆ ਆਪਾਂ ਦੋਵੇਂ ਚੱਲਦੇ ਨੇ, ਮੈਂ ਤੇ ਮਾਮਾ। ਹੁਣ ਜਾ ਕੇ ਸਾਡੇ ਚੌਕ ਤੇ ਆ ਗਿਆ, ਅੱਗੇ ਚੱਲਦੇ ਹਾਂ। ਬੜੀ ਤੇਜ਼ ਚਲਾਉਣ ਡਿਆ ਮੈਂ, ਸਹੀ ਗੱਲ ਆ ਵੇਖੋ ਲਓ ਵੇਖੋ। ਹਾਂ ਉੜਦੇ ਜਾਣ ਡੇ। आप अपनी शांति में घर से पीछे ना जा सकते। हम हत्या नहीं करेंगे। करूँगा कि जो याद आपने रखा है ਮੇਨ ਸਟੇਜ ਕਿੱਥੇ ਮੈਨੂੰ ਦੱਸਦੀ ਮੈਂ। ਅੱਛਾ ਉਹ ਸਾਹਮਣੇ ਮੇਨ ਸਟੇਜ ਆ। ਮੈਂ ਤਾਂ ਸਾਰੇ ਘੁੰਮੂਗੇ ਅੱਜ। ਮੈਂ ਕਿਹਾ ਸਕੂਟਰ ਦੀ ਚੱਕਰ ਲਾਈ ਆ ਉਹ। आओ ये जड़ी किरती दी आवाज, सच दी आवाज ਸਿੰਘੂ ਟਿਗਰੀ ਤੇ ਦਿੱਲੀ ਦੇ ਹੋਰ ਬਾਰਡਰਾਂ ਦੇ ਲਗਾਤਾਰ ਮਹੀਨਿਆਂ ਤੋਂ ਗੂੰਜ ਰਹੀ ਹੈ। ਉਹ ਆਵਾਜ਼ ਤੁਹਾਡੇ ਰੂਬਰੂ ਹੋ ਰਹੀ ਹੈ। ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ, ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ, ਉਹ ਤੁਹਾਡੇ ਸਾਹਮਣੇ ਆਉਣ ਤੇ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਨ। ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ। बहुत ही सत्कारयोग सवेर तो बैठे भैनों भरावों ते नौजवानों, स्टेज उत्ते बैठे आगू साहबान, सब तो पहला फतेह अर्ज करदा वाहिगुरू जी का खालसा वाहिगुरू जी की फतेह। मैं समझदा तुसीं इन्नी गर्मी च बहुत लंबे समय तो बैठे हो, अखीर च मैनूं अपनियां दो गल्लां कहण दा मौका मिलिया। मैं तुहाडे नाल ज्यादती नहीं करांगा, बहुत लंबी गल मैं नहीं करांगा। तुसीं सारे जानदे हो हर रोज़ सूझवान सज्जन जिथे किते सत्तां च किते चिंतन करने वाली थां ते बैठदे हो, तुहाडा एक वखरा इतिहास है। तुसीं वो लोग हो ਜਿਹੜੇ ਮੁਗਲਾਂ ਦੇ ਵੇਲੇ ਇਨਸਾਫ ਲਈ ਮੁਗਲਾਂ ਨਾਲ ਲੜੇ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਲੁਟੇਰਿਆਂ ਤੋਂ ਲੁੱਟਿਆ ਹੋਇਆ ਮਾਲ ਵਾਪਸ ਕਰਾਇਆ ਔਰ ਧੀਆਂ ਭੈਣਾਂ
ਵਾਪਸ ਘਰੀ ਪਹੁੰਚਾਈਆਂ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਦੇਸ਼ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਇੱਥੇ ਐਮਰਜੈਂਸੀ ਲੱਗੀ, ਸਿਰਫ ਤੇ ਸਿਰਫ ਪੰਜਾਬੀਆਂ ਨੇ ਐਮਰਜੈਂਸੀ ਦੇ ਵਿਰੋਧ ਵਿੱਚ ਲੜਾਈ ਲੜੀ। ਇਹ ਜਿੰਨੇ ਸੰਘਰਸ਼ ਤੁਸੀਂ ਕੀਤੇ ਇਹਦਾ ਕੋਈ ਸਾਨੀ ਨਹੀਂ, ਪਰ ਅੱਜ ਅਸੀਂ ਬਸ ਉਹਨਾਂ ਲੋਕਾਂ ਦੇ ਪਏ ਹਾਂ। ਜੇ ਮੈਂ ਪੋਲੀਟੀਕਲੀ ਕਹਾਂ, ਬਦਕਿਸਮਤੀ ਹੈ ਇਸ ਦੇਸ਼ ਦੀ, ਪੋਲਿਟਿਕਸ ਦੀ ਪਰਿਭਾਸ਼ਾ ਬਦਲ ਗਈ। ਅੱਜ ਸੇਵਾ ਰਾਜਨੀਤੀ ਦੇ ਵਿੱਚ ਕਿਤੇ ਥਾਂ ਨਹੀਂ ਰੱਖਦੀ। ਰਾਜਨੀਤੀ ਵਪਾਰ ਬਣ ਗਈ। ਜਦੋਂ ਚੋਣਾਂ ਆਉਂਦੀਆਂ ਇਨਵੈਸਟਮੈਂਟ ਵਾਂਗੂ ਪੈਸੇ ਖਰਚੇ ਜਾਂਦੇ ਆ, ਇਹ ਸੋਚ ਕੇ ਵੀ ਇਹ ਬਿਜ਼ਨਸ ਹੈ, ਇਹਦੇ ਵਿੱਚ ਮੈਂ ਪੈਸਾ ਖਰਚਣਾ, ਇਨਵੈਸਟਮੈਂਟ ਕਰਨੀ ਹੈ, ਉਹ ਤੇ ਬਾਅਦ 'ਚ ਉਹਦਾ ਲਾਭ ਆਏਗਾ। ਅੱਜ ਦੇ ਪੋਲੀਟੀਸ਼ੀਅਨ ਨੂੰ ਇਹ ਚੰਗੀ ਤਰ੍ਹਾਂ ਪਤਾ ਵੀ ਕਿਹੜੇ ਪਿੰਡ ਵਿੱਚ ਕਿਹੜੇ ਬੰਦਿਆਂ ਤੋਂ ਸ਼ਰਾਬ ਨਾਲ ਬੋਤਲ ਲਈ ਜਾ ਸਕਦੀ ਹੈ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਕਿਹੜੇ ਪਿੰਡ ਵਿੱਚ ਕਿਹਨਾਂ ਲੋਕਾਂ ਦੀ ਪੈਸਿਆਂ ਨਾਲ ਵੋਟ ਲਈ ਜਾ ਸਕਦੀ ਹੈ। ਉਹਨਾਂ ਨੂੰ ਇਹ ਬਹੁਤ ਅੱਛੀ ਤਰ੍ਹਾਂ ਪਤਾ ਹੈ ਵੀ ਪਿੰਡ ਦੀ ਧੜੇਬਾਜ਼ੀ ਹੈ, ਕਿਹੜੇ ਧੜੇ ਨੂੰ ਨਾਲ ਲੈ ਕੇ ਜਿੱਤਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀਆਂ ਸਾਰੀਆਂ ਅਲਾਮਤਾਂ ਜਿਹੜੀਆਂ ਸਮੇਂ ਦੇ ਨਾਲ ਉਹਨਾਂ ਨੇ ਸਾਡੇ ਸਮਾਜ ਵਿੱਚ ਪੈਦਾ ਕੀਤੀਆਂ, ਸੇਵਾ ਲਈ ਨਹੀਂ, ਆਪਣੇ ਨਿੱਜ ਲਈ, ਉਹ ਅੱਜ ਦੇ ਪੋਲੀਟੀਸ਼ੀਅਨ ਦੀ ਲੋੜ ਬਣ ਕੇ ਰਹਿ ਗਏ। ਔਰ ਅਸੀਂ ਹਰ ਵਾਰੀ ਚੋਣਾਂ ਆਉਂਦੀਆਂ ਇਸ ਸਿਸਟਮ ਦਾ ਸ਼ਿਕਾਰ ਹੁੰਦੇ ਹਾਂ, ਤੇ ਜਦੋਂ ਚੋਣਾਂ ਹੋ ਜਾਂਦੀਆਂ ਸ਼ਿਕਾਰ ਉਦੋਂ ਵੀ ਹੁੰਦੇ ਹਾਂ। ਚੋਣਾਂ ਤੋਂ ਬਾਅਦ 5 ਸਾਲ ਹੱਥ ਜੋੜਦੇ ਆ, ਔਰ 5 ਸਾਲ ਇਹ ਮਨ 'ਚ ਰੱਖ ਕੇ ਵੀ ਕਿਤੇ ਥਾਣੇ ਲੋੜ ਪਊ, ਕਿਤੇ ਸਰਕਾਰੀ ਦਰਬਾਰੇ ਲੋੜ ਪਊ, MLA ਦੇ ਇੱਕ ਆਵਾਜ਼ ਮਾਰੀ ਤੇ ਭੱਜ ਕੇ ਜਾਂਦੇ ਆ। ਅੱਜ ਅੰਦੋਲਨ ਚੱਲ ਰਿਹਾ ਹੈ, ਇਹ ਫੇਰ ਤੁਹਾਡੇ ਸਿਰ ਤੇ ਹੈ। ਇਹ ਫੇਰ ਇਹਦਾ ਸਿਰਾ ਪੰਜਾਬੀਆਂ ਨੂੰ ਜਾਂਦਾ ਹੈ। ਮੇਰੇ ਵਰਗੇ ਕਈ ਮੂਰਖਾਂ ਨੇ ਬਹੁਤ ਦੇਰ ਪਹਿਲਾਂ ਭਾਪ ਲਿਆ ਸੀ ਭਈ ਸਰਕਾਰ ਕੀ ਕਰਨ ਜਾ ਰਹੀ ਹੈ। ਸਮਝ ਆ ਗਈ ਸੀ ਵੀ ਜਿਹੜੇ ਰਾਹ ਸਰਕਾਰ ਤੁਰ ਪਈ, ਅਗਲਾ ਇੱਕ ਵੱਡਾ ਗੰਭੀਰ ਹਮਲਾ ਸਾਡੇ ਤੇ ਹੋਣ ਵਾਲਾ ਹੈ। ਮੈਨੂੰ ਯਾਦ ਹੈ, ਮੈਂ ਪਿਛਲੇ ਸਾਲ ਪਹਿਲਾਂ ਤਾਂ ਮੈਂ ਕਾਗਜ਼ ਪੱਤਰ ਇਕੱਠੇ ਕਰਦਾ ਰਿਹਾ। ਪਿਛਲੇ ਸਾਲ 17 ਫਰਵਰੀ ਨੂੰ ਸਾਰੀਆਂ ਪਾਰਟੀਆਂ ਚੰਡੀਗੜ੍ਹ 'ਚ ਕਿਸਾਨ ਭਵਨ 'ਚ ਸੱਦ ਲਈਆਂ। ਸਾਰਿਆਂ ਦੇ ਵੱਡੇ ਲੀਡਰ ਆਏ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰ ਬਲਵਿੰਦਰ ਸਿੰਘ ਭੂੰਦੜ, ਡਾਕਟਰ ਦਲਜੀਤ ਸਿੰਘ ਚੀਮਾ, ਕੁਝ MLA, ਕਾਂਗਰਸ ਵੱਲੋਂ ਸੁਨੀਲ ਜਾਖੜ, ਇੱਕ ਨਾਗਰਾ ਤੇ 2 ਹੋਰ MLA, ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਤੇ ਉਹਨਾਂ ਦੇ ਨਾਲ 4-5 MLA, ਭਾਜਪਾ ਵੱਲੋਂ ਇੱਕ ਬਹੁਤ ਸੱਜਣ ਬੋਲਦਾ ਅੱਜ ਕੱਲ ਗਰੇਵਾਲ, ਇਹ ਤੇ ਉਹਦੇ ਕੁਝ ਸਾਥੀ, ਸਾਰੇ ਹਾਜ਼ਰ ਸੀ। ਮੈਂ ਸਾਰਿਆਂ ਨੂੰ ਕਾਗਜ਼ ਪੱਤਰ ਦਿੱਤੇ ਵੀ ਪਹਿਲਾਂ ਇਹਨਾਂ ਨੂੰ ਪੜ੍ਹ ਲਓ, ਫਿਰ ਸਾਨੂੰ ਕੁਝ ਸਮਝਾਇਓ। ਜਦੋਂ ਸਾਰਾ ਕੁਝ ਸਮਝਾਇਆ ਤਾਂ ਮੈਨੂੰ ਉਹ ਨਹੀਂ ਸਮਾਂ ਭੁੱਲਦਾ। ਮੈਂ ਜਾਖੜ ਨੂੰ ਸਵਾਲ ਕੀਤਾ ਵੀ ਤੁਹਾਡੀ ਸਰਕਾਰ ਹੈ, ਸੱਚੀ ਸੱਚੀ ਦੱਸਿਓ ਕੇਂਦਰ ਸਰਕਾਰ ਕਦੋਂ ਖਰੀਦ ਤੋਂ ਭੱਜ ਰਹੀ ਹੈ, MSP ਤੋਂ ਕਦੋਂ ਭੱਜ ਰਹੀ ਹੈ, ਕਿੰਨਾ ਕੁ ਪ੍ਰੈਸ਼ਰ ਹੈ, ਕਿੰਨੀ ਕੁ ਦੇਰ ਹੋ ਰਹੀ ਕੰਮ ਚੱਲੂ। ਉਹਨੇ ਮੇਜ਼ ਤੇ 3 ਵਾਰੀ ਹੱਥ ਮਾਰ ਕੇ ਕਿਹਾ MSP ਗਈ, MSP ਗਈ, MSP ਗਈ। ਅਗਲੀ ਗੱਲ ਉਹ ਕਹਿੰਦਾ ਹੈ, ਕਿਉਂਕਿ ਮੇਰੀ ਇੱਕ ਆਦਤ ਹੈ, ਮੈਂ 6 ਮਹੀਨੇ ਬਾਅਦ ਇਹਨਾਂ ਨੂੰ ਇਕੱਠੇ ਕਰ ਲੈਣਾ। ਕਦੇ ਕਹਿਣਾ ਕਿਸਾਨ ਪਾਰਲੀਮੈਂਟ ਹੈ, ਇਹਦੇ 'ਚ ਆਓ, ਕਦੇ ਕਹਿਣਾ ਵਰਕਸ਼ਾਪ ਰੱਖੀ ਹੈ, ਇਹਦੇ 'ਚ ਆਓ। ਕੋਈ ਨਾ ਕੋਈ ਸਮਾਗਮ ਰਚ ਕੇ ਇਹਨਾਂ ਤੇ ਸਵਾਲ ਜਵਾਬ ਕਰਦੇ ਰਹਿੰਦੇ ਆ। ਉਹ ਮੇਰੇ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਵੀ ਆਹ ਬੰਦਾ ਆਪਾਂ ਨੂੰ ਹਰ ਛਮਾਈ ਇਕੱਠੇ ਕਰ ਲੈਂਦਾ ਹੈ, ਤੇ ਆਪਾਂ ਜਿਹੜੇ ਸਵਾਲ ਕਰਦਾ ਉਹਦਾ ਕੋਈ ਉਲਟਾ ਸਿੱਧਾ ਜਵਾਬ ਦੇ ਕੇ ਤੁਰ ਜਾਂਦੇ ਆ। ਪਰ ਅੱਜ ਜਿਹੜੇ ਸਵਾਲ ਕੀਤੇ ਆ ਬਹੁਤ ਗੰਭੀਰ ਨੇ। ਉਹਨੇ ਸਾਰੀਆਂ ਪਾਰਟੀਆਂ ਦੇ ਲੀਡਰਸ ਨੂੰ ਕਿਹਾ ਵੀ ਭਰਾਵੋ ਤੁਸੀਂ ਵੀ ਪੜ੍ਹ ਲਿਆ, ਇਹ ਇੰਨੇ ਗੰਭੀਰ ਨੇ, ਜੇ ਹੁਣ ਇਕੱਠੇ ਹੋ ਕੇ ਨਾ ਲੜੇ
ਤਾਂ ਪੰਜਾਬ ਬਰਬਾਦ ਹੋ ਜਾਊ ਘੱਟੋ ਘੱਟ। ਇਹ ਸੁਨੀਲ ਜਾਖੜ ਦੇ ਸ਼ਬਦ ਨੇ ਤੇ ਹਾਲੇ ਉਹਦੀ ਗੱਲ ਮੁਕੰਮਲ ਨਹੀਂ ਹੋਈ। ਜ਼ਬਰਦਸਤੀ ਹਰੇਕ ਦੇ ਮੂਹਰੇ ਮਾਈਕ ਲੱਗਿਆ ਹੋਇਆ ਸੀਗਾ ਕਿਸਾਨ ਭਵਨ 'ਚ, ਇੱਦਾਂ ਦਾ ਸਿਸਟਮ ਹੈ। ਜ਼ਬਰਦਸਤੀ ਆਪਣਾ ਮਾਈਕ ਔਨ ਕਰਕੇ ਬਲਵਿੰਦਰ ਸਿੰਘ ਭੁੰਦੜ ਹੋਰੀ ਕਹਿੰਦੇ ਨੇ ਲੜਨ ਦੀ ਲੋੜ ਹੈ, ਮੈਨੂੰ ਸਭ ਤੋਂ ਪਹਿਲਾਂ ਅੱਗੇ ਬੇਂਡੀ ਲਾਓ। 17 ਫਰਵਰੀ ਤੋਂ ਅੱਜ ਤੱਕ ਮੈਨੂੰ ਬੇਂਡੀ ਲੱਗਣ ਵਾਲਾ ਨਹੀਂ ਲੱਭਿਆ। ਮੈਨੂੰ ਪਤਾ ਕਿੱਥੇ ਚਲਾ ਗਿਆ। ਮੈਨੂੰ ਹੋਰ ਬਹੁਤ ਅਫਸੋਸ ਹੁੰਦਾ ਹੈ, ਥੋੜੇ ਦਿਨ ਹੋਏ, ਪਿਛਲੇ ਹਫਤੇ ਹੀ ਸ਼ਾਇਦ 4 ਦਿਨ ਹੋਏ, 4 ਦਿਨ ਪਹਿਲਾਂ ਇੱਕ ਵੈਬ ਚੈਨਲ ਵਾਲਾ ਸਾਥੀ ਆਇਆ, ਉਹਨੇ ਮੇਰੇ ਕੋਲੋਂ ਇੱਕ ਸਵਾਲ ਕੀਤਾ, ਉਹਦਾ ਮੇਰਾ ਵਰਸ਼ਨ ਲਿਆ। ਉਹ ਮੈਨੂੰ ਕਹਿੰਦੇ ਜੀ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋ ਰਹੀਆਂ, ਉੱਥੇ ਅਕਾਲੀ ਦਲ ਵੱਲੋਂ ਇੱਕ ਪ੍ਰਚਾਰ ਹੋ ਰਿਹਾ ਹੈ। ਹਰਜਿੰਦਰ ਸਿੰਘ ਸਿਰਸਾ ਪ੍ਰਚਾਰ ਕਰ ਰਹੇ ਨੇ ਵੀ ਆਹ ਜਿਹੜਾ ਅੰਦੋਲਨ ਚੱਲ ਰਿਹਾ ਬਾਰਡਰ ਤੇ, ਇਹਦੇ 'ਚ 70% ਲੋਕ ਸਾਡੇ ਨੇ, ਅਸੀਂ ਅੰਦੋਲਨ ਚਲਾ ਰਹੇ ਹਾਂ। ਇੱਕ ਗੱਲ ਉਹ ਕਹਿੰਦਾ ਹੈ ਵੀ ਜਿਹੜੇ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਮੁੰਡੇ ਗ੍ਰਿਫਤਾਰ ਹੋ ਗਏ ਸੀ, ਉਹਦੇ ਲਈ ਕਿਸਾਨ ਮੋਰਚੇ ਵਾਲੇ ਤਾਂ ਹੱਥ ਖੜੇ ਕਰ ਗਏ ਤੇ ਤਾਂ ਸਾਰੇ ਕੇਸ ਅਸੀਂ ਲੜੇ ਨੇ। ਮੈਨੂੰ ਬਹੁਤ ਦੁੱਖ ਲੱਗਿਆ ਵੀ ਔਰ ਹੈਰਾਨੀ ਵੀ ਹੋਈ ਕਿੰਨਾ ਨੀਵਾਂ ਗਿਰ ਸਕਦੇ ਨੇ ਇਹ ਲੋਕ। ਕੋਈ 150 ਬੱਚੇ ਸਾਡੇ ਜੇਲ੍ਹ ਚਲੇ ਗਏ ਸੀ। ਵਕੀਲਾਂ ਦੇ ਇੱਕ ਪੈਨਲ ਬਣਾਇਆ, ਉਹਨਾਂ ਦੇ ਕੇਸਾਂ ਦੀ ਪੈਰਵੀ ਕਰਨ ਲੱਗਿਆ। ਕੁਝ 1-2 ਵਕੀਲ ਅਸੀਂ ਸਟੇਜ ਦੇ ਪਿੱਛੇ ਬਿਠਾ ਤੇ ਡਿਕਲੇਅਰ ਕਰਤਾ ਵੀ ਜਿਨ੍ਹਾਂ ਦੇ ਬੱਚੇ ਜੇਲ੍ਹ 'ਚ ਗਏ ਨੇ ਆ ਕੇ ਵਕਾਲਤਨਾਮਾ ਦੇ ਜਾਓ। ਵਕਾਲਤਨਾਮੇ ਲੈ ਕੇ ਕੇਸ ਲੜੇ। ਸਾਡੇ ਵਕੀਲ ਰੋਜ਼ ਕੋਰਟਾਂ 'ਚ ਵੀ ਕੇਸ ਲੜਦੇ ਰਹੇ। ਹਰ ਇੱਕ ਦੀ ਡਿਊਟੀ ਕਿਤੇ ਕੋਰਟ 'ਚ ਸੀ, ਕਿਤੇ ਜੇਲ੍ਹ 'ਚ ਸੀ। ਜੇਲ੍ਹ 'ਚ ਰਾਤ ਨੂੰ 11 ਔਰ 12 ਵਜੇ ਦੇ ਦਰਮਿਆਨ ਰਿਹਾਈ ਹੁੰਦੀ ਸੀ। ਉੱਥੇ ਕਾਗਜ਼ ਪੱਤਰ ਪੂਰੇ ਦੇਖ ਕੇ ਰਿਹਾਈ ਹੁੰਦੀ ਸੀ। ਸਾਡੇ ਵਕੀਲ 12 ਵਜੇ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਕਰਾ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਠਹਿਰਨ ਵਾਸਤੇ ਉੱਥੇ ਕਮਰੇ ਸੀ, ਉੱਥੇ ਛੱਡ ਕੇ ਆ ਜਾਂਦੇ ਸੀ ਵੀ ਕੱਲ ਨੂੰ ਆਵਾਂਗੇ, ਪ੍ਰੈਸ ਦੇ ਸਾਹਮਣੇ ਤੁਹਾਨੂੰ ਕਰਾਂਗੇ ਵੀ ਕਿਵੇਂ ਤੁਹਾਡੀ ਜ਼ਮਾਨਤ ਹੋਈ। ਹੁਣ ਜਿਹੜਾ ਵਕੀਲ ਉਹ ਵਿਚਾਰੇ ਸੇਵਾ ਕਰਦੇ ਸੀ, 12 ਵਜੇ ਉੱਥੇ ਵਿਹਲੇ ਹੋਏ, ਉਹਦੇ ਬਾਅਦ ਮੋਰਚੇ ਵਾਲੀ ਥਾਂ ਆਉਣਾ, ਉਹਨਾਂ ਨੇ 2 ਘੰਟੇ ਦਾ ਰਸਤਾ ਹੈ। 2 ਵਜੇ ਆ ਕੇ ਸੁੱਤੇ, ਸਵੇਰੇ ਉੱਠ ਕੇ ਫਿਰ ਅਗਲੇ ਦਿਨ ਕਚਹਿਰੀਆਂ 'ਚ ਵੀ ਜਾਣਾ ਹੁੰਦਾ ਸੀ, ਪਰ ਉਹ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਾਸਤੇ ਜਾਣਾ। ਜਾਂਦਿਆਂ ਨੂੰ ਸਿਰਸਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੁੰਦੀ ਸੀ ਵੀ ਆਹ ਮੁੰਡੇ ਦਿੱਲੀ ਗੁਰਦੁਆਰਾ ਕਮੇਟੀ ਨੇ ਛੁਡਾਏ ਆ। ਇੱਕ ਦਿਨ ਕਾਬੂ ਆ ਗਏ। ਅਸੀਂ ਵਕੀਲਾਂ ਨੂੰ ਕਿਹਾ ਵੀ ਉਹ ਕਲੇਮ ਕਰੀ ਜਾਂਦੇ ਆ, ਕੰਮ ਸਾਰਾ ਤੁਸੀਂ ਕਰਦੇ ਹੋ, ਜਾ ਕੇ ਫੜੋ ਤਾਂ ਸਹੀ ਪ੍ਰੈਸ ਦੇ ਸਾਹਮਣੇ। ਤਾਂ ਕਿਤੇ ਕੁਦਰਤੀ ਕਾਬੂ ਆ ਗਏ। ਪ੍ਰੈਸ ਦੇ ਸਾਹਮਣੇ ਉਹਨਾਂ ਨੂੰ ਪੁੱਛਿਆ ਵੀ ਦੱਸਿਓ ਜੀ, ਤੁਸੀਂ ਰੋਜ਼ ਕਲੇਮ ਕਰਦੇ ਹੋ, ਤੁਸੀਂ ਛਡਾਉਂਦੇ ਹੋ, ਅਸੀਂ ਜਿਹੜੇ ਐਵੇਂ ਤੁਰੇ ਫਿਰਦੇ ਆ, ਅਸੀਂ ਝੱਕ ਮਾਰਦੇ ਆ, ਦੱਸਿਓ ਕਿੰਨੇ ਤੁਸੀਂ ਅੱਜ ਤੇ ਛਡਾਏ। ਪ੍ਰੈਸ ਦੇ ਸਾਹਮਣੇ ਮੰਨਦੇ ਆ ਵੀ ਹਾਂ ਜੀ ਇਹਨਾਂ ਨੇ ਕੀਤਾ ਜੀ ਸਾਰਾ ਕੁਝ, ਅਸੀਂ ਤਾਂ ਲੰਗਰ ਪਾਣੀ ਦੇ ਪ੍ਰਬੰਧ ਕਰਦੇ ਹਾਂ। ਔਰ ਹੁਣ ਇਲੈਕਸ਼ਨ ਆ ਗਈ, ਹੁਣ ਬੜੀ ਬੇਸ਼ਰਮੀ ਨਾਲ ਕਹਿੰਦੇ ਨੇ ਬਈ ਜੀ ਉਹ ਸਾਰੇ ਮੁੰਡੇ ਅਸੀਂ ਛਡਾਏ। ਬੜੀ ਬੇਸ਼ਰਮੀ ਨਾਲ ਕਹਿੰਦੇ ਨੇ ਵੀ ਜਿਹੜਾ ਬਾਰਡਰ ਤੇ ਕਿਸਾਨ ਬੈਠੇ ਨੇ 70% ਸਾਡੇ ਨੇ, ਜਦ ਕਿ ਅਸਲੀਅਤ ਇਹ ਹੈ ਵੀ ਇਹ ਤਾਂ ਸੱਤਾ ਛੱਡਣ ਨੂੰ ਤਿਆਰ ਨਹੀਂ ਸੀ। ਉਹਦੇ ਬਾਅਦ ਐਨਡੀਏ ਛੱਡਿਆ। ਇਦਾਂ ਜਿਹੜੀ ਜਮਾ ਤਫਰੀਕਾਂ ਜੇ ਕਰਨ 'ਚ ਉਲਝੇ ਰਹੇ ਜਿਹੜੇ ਲੋਕ ਆ, ਜੋ ਇਹ ਕਲੇਮ ਕਰਨ ਵੀ ਅੰਦੋਲਨ ਅਸੀਂ ਚਲਾ ਰਹੇ ਹਾਂ, ਤੇ ਕੁਝ ਰਹਿ ਜਾਂਦਾ ਪਿੱਛੇ ਫਿਰ ਕਹਿਣ ਨੂੰ। ਉਹਨਾਂ ਨੂੰ ਕੀ ਉਹਨਾਂ ਦੇ ਬਾਰੇ ਕਹੀਏ? ਏਡੇ ਝੂਠੇ, ਏਡੇ ਫਰੇਬੀ, ਏਡੇ ਸਮਝ ਨਹੀਂ ਆਉਂਦੀ ਕੀ ਸ਼ਬਦ ਵਰਤਾਂ। ਤੋ ਉਹ ਲੋਕ ਸਾਨੂੰ ਅੱਜ ਤਾਈਂ ਤਾਂ ਲੱਭੇ ਨਹੀਂ। ਤੁਹਾਡਾ ਅੰਦੋਲਨ ਚੱਲ ਰਿਹਾ। ਇੱਕ ਗੱਲ ਹੋਰ ਸਮਝ ਲੈਣੀ ਚਾਹੀਦੀ ਹੈ ਵੀ ਇਹ ਅੰਦੋਲਨ ਬਾਹ ਉਹਨਾਂ ਲੋਕਾਂ ਨਾਲ ਪੈ ਗਿਆ ਜਿਹੜੇ ਵਪਾਰੀ ਨੇ। ਗੁਜਰਾਤੀ ਬੁਨਿਆਦੀ ਤੌਰ ਤੇ ਵਪਾਰੀ ਹੁੰਦੇ ਆ। ਈਸਟ ਇੰਡੀਆ ਕੰਪਨੀ ਇੱਥੇ ਆਈ, ਜਿਹਨੇ ਸਾਨੂੰ ਗੁਲਾਮ ਬਣਾਇਆ। ਉਹ ਜਿਹੜੀ ਬੰਦਰਗਾਹ ਤੋਂ ਆਈ ਗੁਜਰਾਤ ਦੀ ਸੀ,
ਉੱਥੇ ਪਹਿਲਾਂ ਇਹਨਾਂ ਦਾ ਸੌਦਾ ਹੋਇਆ ਵੀ ਸਾਨੂੰ ਸਾਡਾ ਕਮਿਸ਼ਨ ਦੇਈ ਜਾਇਓ, ਵਪਾਰ ਕਰ ਲਓ। ਹੌਲੀ ਹੌਲੀ ਦੇਸ਼ ਗੁਲਾਮ ਹੋ ਗਿਆ। ਇਹ ਗੁਜਰਾਤੀ ਨੇ ਅੱਜ ਜਿਹੜੇ ਭਗੌੜੇ ਹੋਏ ਨੇ, ਦੇਸ਼ ਦਾ ਧਨ ਲੁੱਟ ਕੇ, ਬੈਂਕਾਂ ਤੋਂ ਕਰਜ਼ਾ ਲੈ ਕੇ ਲੁੱਟ ਕੇ ਭੱਜੇ ਨੇ, ਉਹਨਾਂ ਚੋਂ 90% ਗੁਜਰਾਤੀ ਨੇ। ਇਹਨਾਂ ਨੂੰ ਵਪਾਰ ਕਰਨਾ ਹੁੰਦਾ ਹੈ। ਇਹ ਪੋਲੀਟੀਕਲ ਵਪਾਰ ਹੈ, ਇਹ ਵੀ ਇਹ ਕਰੀ ਜਾ ਰਹੇ ਨੇ। ਔਰ ਸਿੱਧਾ ਸਿੱਧਾ ਇਹਦੇ ਪਿੱਛੇ ਅਸਲੀਅਤ ਕੀ ਹੈ? ਮੋਦੀ ਪ੍ਰਧਾਨ ਮੰਤਰੀ ਬਣਿਆ ਨਾ, ਇਹਦਾ ਸਾਲ 1.5 ਸਾਲ ਪਹਿਲਾਂ RSS ਔਰ ਭਾਜਪਾ ਦੇ ਸਾਹਮਣੇ ਸਵਾਲ ਸੀ ਵੀ ਅਗਲੀ ਚੋਣ ਲਈ ਪ੍ਰਾਈਮ ਮਿਨਿਸਟਰਸ਼ਿਪ ਲਈ ਕੈਂਡੀਡੇਟ ਕਿਹੜਾ ਹੋਵੇ। ਤੁਸੀਂ ਦੇਖਿਆ ਇੱਥੇ ਰਥ ਯਾਤਰਾ ਕੀਤੀ ਸੀ ਅਡਵਾਨੀ ਨੇ। ਅਡਵਾਨੀ ਖੜਾ ਹੋ ਗਿਆ ਵੀ ਮੇਰੀ ਵਾਰੀ ਆ, ਮੈਂ ਸਭ ਤੋਂ ਸੀਨੀਅਰ ਹਾਂ, ਮੈਂ ਰਥ ਯਾਤਰਾ ਕੀਤੀ, ਮੈਂ ਹਿੰਦੂਤਵ ਦਾ ਪ੍ਰਚਾਰ ਕੀਤਾ, ਐਤਕੀ ਪ੍ਰਧਾਨ ਮੰਤਰੀ ਮੈਨੂੰ ਬਣਾਓ। ਇਹ ਟਪਕ ਪਿਆ, ਉਹਦੇ ਨਾਲ ਫਾਰ ਜੂਨੀਅਰ ਸੀ, ਅੱਗੇ ਕਹਿੰਦਾ ਨਹੀਂ ਮੈਂ ਬਣਨਾ ਪ੍ਰਧਾਨ ਮੰਤਰੀ। ਉਹ ਸਬੂਤ ਲੈ ਆਇਆ ਸੀ। ਜੇ ਸਾਡੀ ਪਰੇਡ ਮੁਕੰਮਲ ਹੁੰਦੀ ਤਾਂ ਰਸਤੇ 'ਚ ਬਵਾਣੇ ਇੱਕ RSS ਦਾ ਟ੍ਰੇਨਿੰਗ ਸੈਂਟਰ ਹੈ, ਉੱਥੋਂ ਦੇ ਜਲੂਸ ਨੇ ਲੰਘਣਾ ਸੀ ਤੇ ਉੱਥੇ ਪੈਟਰੋਲ ਬੰਬ ਤਿਆਰ ਕਰਕੇ ਰੱਖੇ ਸੀ, ਹਿੰਦੂ ਸਿੱਖ ਬਣਾਉਣਾ ਸੀ। 28 ਤਾਰੀਖ ਨੂੰ ਜਦੋਂ ਟਕੈਤ ਸਾਹਿਬ ਰੋਏ ਨੇ, ਉਹਦੇ ਪਿੱਛੇ ਵੀ ਇਹੀ ਭਾਵਨਾ ਸੀ। ਤੈਅ ਕਰਕੇ ਗ੍ਰਿਫਤਾਰੀ ਕਰਨ ਆ ਗਏ ਕਿਸਾਨਾਂ ਦੀ। ਜਿਹੜੇ ਯੂਪੀ ਵਾਲੇ ਸੀ ਉਹ ਸਾਰੇ ਭੱਜ ਗਏ। ਟਕੈਤ ਤੇ ਉਹਦੇ ਨਾਲ 2-4 ਰਹਿ ਗਏ। ਦੂਜੇ ਪਾਸੇ ਪੁਲਿਸ ਦੇ ਨਾਲ, ਪੁਲਿਸ ਦਾ ਤਾਂ ਚਲੋ ਕੰਮ ਮੰਨਿਆ, ਪਰ ਉਹਦੇ ਨਾਲ ਭਾਜਪਾ ਦੇ 2 MLA ਤੇ RSS ਦਾ ਕੋਈ 100-150 ਬੰਦਾ ਹਥਿਆਰਬੰਦ ਉੱਥੇ ਆਇਆ। ਜਦੋਂ ਯੂਪੀ ਵਾਲੇ ਭੱਜ ਗਏ, ਉੱਥੇ ਇੱਕ ਸਾਡਾ ਪੰਜਾਬੀ ਸਿੰਘ ਗੁਰਬਾਣੀ ਦਾ ਗਿਆਤਾ ਸੀ, ਉਹਨੇ ਉਹਨੂੰ ਲਲਕਾਰਿਆ, ਕੁਝ ਸ਼ਲੋਕ ਗੁਰਬਾਣੀ ਚੋਂ ਸੁਣਾ ਕੇ ਕਿਹਾ, ਟਕੈਤ ਸਾਹਿਬ ਤੁਹਾਡੇ ਪਿਓ ਨੇ ਕੁਝ ਕੀਤਾ, ਇਸ ਕਰਕੇ ਤੁਹਾਡੇ ਖਾਨਦਾਨ ਦਾ ਅੱਜ ਲੋਕਾਂ 'ਚ ਨਾਂ ਹੈ। ਜੇ ਕਿਤੇ ਇੱਥੋਂ ਭੱਜ ਗਏ ਨਾ, ਸਾਨੂੰ ਪਤਾ ਉਹ ਜਿਹੜੇ ਖੜੇ ਨੇ ਸਾਹਮਣੇ ਸਾਡੇ, ਉਹ ਸਾਡੇ ਲਈ ਆਏ ਨੇ, ਸਾਨੂੰ ਮਾਰਨ ਆਏ ਨੇ। ਤੇ ਜੇ ਤੁਸੀਂ ਭੱਜ ਗਏ, ਉਹਨਾਂ ਨੇ ਫੇਰ ਵੀ ਸਾਨੂੰ ਮਾਰਨਾ ਹੈ। ਫਿਰ ਇਹ ਨਵਾਂ ਇੱਕ ਘੱਲੂਘਾਰਾ ਹੋਣਾ ਹੈ। ਅਸੀਂ 264 ਸੀ ਉੱਥੇ ਸਿੱਖ, ਉੱਤਰਾਖੰਡ ਦੇ ਤੇ ਯੂਪੀ ਦੇ। ਅਸੀਂ 264 ਹਾਂ। ਭੱਜੀ ਨਾ, ਵਾਅਦਾ ਕਰਦੇ ਆ ਤੈਨੂੰ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੇ, ਸਾਰੇ ਮਰ ਜਾਣਗੇ, ਤੈਨੂੰ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ। ਭਾਜਪਾ ਦੇ RSS ਦੇ 2-4 ਬੰਦੇ ਭੱਜ ਕੇ ਆਏ, ਉਹਨਾਂ ਨੇ 4 ਥੱਪੜ ਮਾਰਤੇ। ਜਦੋਂ ਟਕੈਤ ਸਾਹਿਬ ਦੇ ਥੱਪੜ ਮਾਰੇ, ਉਧਰ ਸਾਡੇ ਸਿੰਘ ਦਾ ਕੋਈ ਅਸਰ ਹੋਇਆ ਤੇ ਉਹਨਾਂ ਨੇ ਜਦੇ ਜਿੰਨੇ ਉੱਥੇ ਮੁੰਡੇ ਸੀ ਉਹਨਾਂ ਨੂੰ ਕਹਿਤਾ, ਮੁੰਡੇ ਪਾ ਲਓ ਘੇਰਾ, ਹੁਣ ਇਹਨੂੰ ਕਿਸੇ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਹੱਥ ਲਾਵੇ। ਤੇ ਉਹਦੇ ਬਾਅਦ ਕੋਈ ਨੇੜੇ ਤਾਂ ਨਹੀਂ ਆਇਆ, ਭਾਵੁਕ ਹੋ ਕੇ ਟਕੈਤ ਸਾਹਿਬ ਉੱਚੀ ਉੱਚੀ ਰੋਏ। ਤੁਸੀਂ ਸੁਣਿਆ ਹੋਣਾ, ਹੁਣ ਭਾਵੇਂ ਸਮਾਂ ਪੈ ਜਾਂਦਾ ਗੱਲ ਭੁੱਲ ਜਾਂਦੀ ਹੈ। 1 ਮਹੀਨਾ ਉਹ ਹਰ ਸਟੇਜ ਤੋਂ ਕਹਿੰਦੇ ਰਹੇ, ਇਹ ਸਿੱਖ ਭਾਈ, ਇਹਨਾਂ ਦਾ ਮੈਂ ਕਦੇ ਜ਼ਿੰਦਗੀ ਪਰ ਅਹਿਸਾਨ ਨਹੀਂ ਭੁਲਾ ਸਕਦਾ। ਲੋਕੋ ਬਹੁਤ ਬਹਾਦਰ ਕੌਮ ਹੈ, ਇਹਨਾਂ ਨੂੰ ਨਾ ਛੱਡਿਓ। ਇਹ ਕਹਿੰਦਾ ਰਿਹਾ ਟਕੈਤ। ਅਸਲੀ ਗੱਲ ਕੀ ਹੈ ਭਈ, ਭਾਜਪਾ ਚਾਹੁੰਦੀ ਸੀ ਵੀ ਜੇ ਉੱਥੇ ਹਿੰਦੂ ਸਿੱਖ ਦੇ ਸਵਾਲ ਤੇ ਲੜਾਈ ਹੋ ਜੇ, ਇਸ ਅੰਦੋਲਨ ਦਾ ਆਧਾਰ ਪੰਜਾਬ ਨੇ ਤਿਆਰ ਕੀਤਾ। ਆਧਾਰ ਉਖੜ ਜਾਏਗਾ, ਅੰਦੋਲਨ ਬਿਖਰ ਜਾਏਗਾ। ਐਡਾ ਵੱਡਾ ਅੰਦੋਲਨ ਅੱਜ ਤੱਕ ਕਦੇ ਹੋਇਆ ਨਹੀਂ ਤੇ ਭਾਜਪਾ ਨੂੰ ਇਹਦੀ ਭਿਣਕ ਤੱਕ ਨਹੀਂ ਸੀ, ਆਸ ਤੱਕ ਨਹੀਂ ਸੀ, ਯਕੀਨ ਤੱਕ ਨਹੀਂ ਸੀ ਵੀ ਇਹ ਅੰਦੋਲਨ ਐਡਾ ਵੱਡਾ ਹੋ ਜਾਏਗਾ। ਉਹ ਇੰਨੀ ਘਟੀਆ ਹਰਕਤ ਤੇ ਆ ਗਏ ਵੀ ਇਹਨੂੰ ਹਿੰਦੂ ਸਿੱਖ ਦਾ ਸਵਾਲ ਬਣਾਓ। ਇਹ